ਪਿਛਲੇ ਟਿਊਟੋਰੀਅਲ ਵਿੱਚ ਅਸੀਂ ਪਹਿਲਾਂ ਹੀ ਇੱਕ ਡੱਬੇ ਵਿੱਚ ਪਾਰਟੀਕਲ ਦੇ ਆਧਾਰ ਤੇ ਪ੍ਰੋਬਲਮਾਂ ਵੇਖ ਚੁੱਕੇ ਹਾਂ ਅਤੇ ਅਸੀਂ ਪ੍ਰੋਬੇਬਿਲਿਟੀ ਡੈਂਸਿਟੀ ਦੀ ਗਣਨਾ ਕੀਤੀ ਹੈ ਅਤੇ ਅਸੀਂ ਬਾਉਂਡ ਸਟੇਟ ਐਨਰਜੀ ਪ੍ਰੋਬਲਮਾਂ ਨੂੰ ਵੀ ਵੇਖਿਆ ਹੈ। ਇਸ ਲਈ ਆਓ ਹੁਣ ਪ੍ਰੋਬੇਬਿਲਿਟੀ ਕਰੰਟ ਡੈਂਸਿਟੀ ਅਤੇ ਕੁਝ ਹੋਰ ਪ੍ਰੋਬਲਮਾਂ ਦੇ ਆਧਾਰ ਤੇ ਪ੍ਰੋਬਲਮਾਂ ਨੂੰ ਕਰਨਾ ਸ਼ੁਰੂ ਕਰੀਏ ਜੋ ਤੁਹਾਨੂੰ ਟਿਊਟੋਰੀਅਲ ਦੇ ਪਹਿਲੇ ਭਾਗ ਦਾ ਹੋਰ ਆਈਡੀਆ ਦੇਣਗੀਆਂ। ਅਤੇ ਇੱਥੇ ਪ੍ਰੋਬਲਮ 3 ਇਸ ਬਾਰੇ ਹੈ। ਤਾਂ ਮੰਨ ਲਓ ਕਿ P A B ਇੱਕ ਵਿਸ਼ੇਸ਼ ਸਮੇਂ ਤੇ ਰੇਂਜ A ਅਤੇ B ਦੇ ਵਿੱਚ ਪਾਰਟੀਕਲ ਨੂੰ ਲੱਭਣ ਦੀ ਪ੍ਰੋਬੇਬਿਲਿਟੀ ਹੈ। ਪ੍ਰੋਬਲਮ ਇਹ ਦਿਖਾਉਣ ਦੀ ਹੈ ਕਿ ਪ੍ਰੋਬੇਬਿਲਿਟੀ ਡੈਂਸਿਟੀ ਦਾ ਡੈਰੀਵੇਟਿਵ ਇੱਕ ਟਾਈਮ t ਤੇ ਕਰੰਟ ਡੈਂਸਿਟੀ ਦੇ ਬਰਾਬਰ ਜਾਂ A ਦੇ ਬਰਾਬਰ ਹੁੰਦਾ ਹੈ ਅਤੇ B ਟਾਈਮ ਮਾਈਨਸ t, ਜਿੱਥੇ A ਕਰੰਟ ਡੈਂਸਿਟੀ ਦੀ ਪਰਿਭਾਸ਼ਾ ਹੈ jxt। jxt ਕੁਝ ਵੀ ਨਹੀਂ ਹੈ ਪਰ ਪ੍ਰੋਬੇਬਿਲਿਟੀ ਕਰੰਟ ਡੈਂਸਿਟੀ। ਇਹ ਦੂਜੇ ਭਾਗ ਵਿੱਚ ਪਹਿਲਾ ਹਿੱਸਾ ਹੈ। ਪਹਿਲੇ ਭਾਗ ਵਿੱਚ ਸਾਨੂੰ ਇੱਕ ਪ੍ਰੋਬਲਮ ਹੈ ਜਿਸ ਵਿੱਚ ਸਾਨੂੰ ਇੱਕ ਬਾਕਸ ਵਿੱਚ ਪਾਰਟੀਕਲ ਦੀ ਪ੍ਰੋਬੇਬਿਲਿਟੀ ਦਾ ਪਤਾ ਲਗਾਉਣਾ ਹੈ। ਅਸੀਂ ਰੀਅਲ ਹੋਣ ਦੀ ਪੋਟੈਂਸ਼ੀਅਲ ਨੂੰ ਲੈ ਲਵਾਂਗੇ। ਦੂਜੇ ਭਾਗ ਵਿੱਚ ਪੋਟੈਂਸ਼ੀਅਲ ਨੂੰ ਕੋਮਪਲੇਕਸ ਪੋਟੈਂਸ਼ੀਅਲ V0 I ਗਾਮਾ ਨਾਲ ਬਦਲਿਆ ਜਾਂਦਾ ਹੈ, ਜਿੱਥੇ V0 ਅਤੇ ਗਾਮਾ ਰੀਅਲ ਮਾਤਰਾਵਾਂ ਹਨ ਅਤੇ ਇਹ ਪੋਟੈਂਸ਼ੀਅਲ ਕੋਮਪਲੇਕਸ ਹੈ। ਪ੍ਰੋਬੇਬਿਲਿਟੀ ਨੂੰ ਕਿਵੇਂ ਸੋਧਿਆ ਜਾਵੇਗਾ ਅਤੇ ਪ੍ਰੋਬੇਬਿਲਿਟੀ ਦੀ ਦਰ ਕੀ ਹੋਵੇਗੀ ਅਤੇ ਪੂੰਜੀ ਦੇ ਟਰਮਜ਼ ਵਿੱਚ ਇਹ ਕੀ ਹੋਵੇਗਾ। ਸ਼ੁਰੂ ਕਰੋ। ਪਹਿਲੇ ਟਿਊਟੋਰੀਅਲ ਦੀ ਤੀਜੀ ਪ੍ਰੋਬਲਮ ਅਸੀਂ ਇਹ ਪਤਾ ਕਰਨ ਦੀ ਪ੍ਰੋਬੇਬਿਲਿਟੀ ਲਿਖਦੇ ਹਾਂ। ਰੇਂਜ ਵਿੱਚ ਇੱਕ ਪਾਰਟੀਕਲ B ਦੇ ਬਰਾਬਰ ਤੋਂ ਘੱਟ x ਦੇ ਵਿਚਕਾਰ। ਮੈਨੂੰ ਇਹ ਸਭ ਕੁਝ P A B ਦੇ ਤੌਰ ਤੇ ਦਿੱਤਾ ਜਾਂਦਾ ਹੈ। P A B ਰੇਂਜ A ਅਤੇ B ਵਿਚਕਾਰ ਪ੍ਰੋਬੇਬਿਲਿਟੀ ਨੂੰ ਦਰਸਾਉਂਦਾ ਹੈ, ਜੋ A B psi ਸਟਾਰ ਦੁਆਰਾ ਦਿੱਤਾ ਜਾਵੇਗਾ। xt ਇਸ ਲਈ ਇਹ ਜਨਰਲ ਐਕਸਪ੍ਰੈਸ਼ਨ ਹੈ ਅਤੇ ਕਿਉਂਕਿ ਸਾਨੂੰ ਦੋ ਲਿਮਿਟਸ ਵਿਚਕਾਰ ਇਹ ਪਤਾ ਲਗਾਉਣਾ ਪਵੇਗਾ ਕਿ ਮੈਂ ਇਹ ਇੰਟੀਗਰਲ A ਤੋਂ B ਲਿਖਦਾ ਹਾਂ। ਹੁਣ ਸਾਨੂੰ ਇਸ ਮਾਤਰਾ ਦਾ ਮੁਲਾਂਕਣ ਕੁਝ t ਪ੍ਰੋਬੇਬਿਲਿਟੀ ਤੇ ਕਰਨਾ ਪਵੇਗਾ ਜੋ ਤੁਸੀਂ ਟਾਈਮ ਦੇ ਸਬੰਧ ਵਿੱਚ ਪ੍ਰੋਬੇਬਿਲਿਟੀ ਦੇ ਡੈਰੀਵੇਟਿਵ ਨੂੰ ਲੈਣ-ਦੇਣ ਹੋ। ਅਤੇ ਕਿਉਂਕਿ t x ਤੋਂ ਇੰਡੀਪੈਂਡੈਂਟ ਹੈ ਇਸ ਲਈ ਮੈਂ ਇੰਟੀਗਰਲ ਸਧਾਰਨ ਗਣਿਤ ਦੇ ਅੰਦਰ ਡੈਰੀਵੇਟਿਵ ਲੈ ਸਕਦੀ ਹਾਂ। ਇਸ ਲਈ ਮੈਂ ਇਸ ਨੂੰ x ਸਟਾਰ t psi ਵਜੋਂ ਲਿਖ ਸਕਦੀ ਹਾਂ ਅਤੇ ਮੈਂ ਸ਼ੌਰਟਹੈਂਡ ਨੋਟੇਸ਼ਨ ਦੀ ਵਰਤੋਂ ਕਰਾਂਗੀ। ਮੈਂ ਪੈਰੇਂਥੀਸਿਸ ਨੂੰ ਛੱਡ ਦੇਵਾਂਗਾ। ਇਹ ਹੋਵੇਗਾ ਮੈਨੂੰ psi ਸਟਾਰ ਡੈਰੀਵੇਟਿਵ ਨੂੰ ਇਸ ਦੇ ਸੰਬੰਧ ਵਿੱਚ ਟਰਮਜ਼ ਦੇਣਗੀਆਂ ਅਤੇ ਦੂਜਾ psi ਦੇ ਸੰਬੰਧ ਵਿੱਚ psi ਸਟਾਰ ਡੈਰੀਵੇਟਿਵ ਹੋਵੇਗਾ ਅਤੇ ਇਹ ਸਾਰੀ ਚੀਜ਼ dx। ਹੁਣ ਸਾਡੇ ਕੋਲ ਇਹ ਹੈ ਜੋ ਤੁਹਾਨੂੰ ਇਸ ਸਵਾਲ ਵਿੱਚ ਸਾਨੂੰ ਦਿੱਤੇ ਗਏ ਰੂਪ ਵਿੱਚ ਦੁਬਾਰਾ ਲਿਖਣਾ ਪਵੇਗਾ ਜੋ ਸਾਨੂੰ ਪ੍ਰੋਬੇਬਿਲਿਟੀ ਕਰੰਟ ਡੈਂਸਿਟੀ ਵਜੋਂ ਲਿਖਣਾ ਪਵੇਗਾ। ਹੁਣ ਅਗਲਾ ਕਦਮ ਇਹ ਹੋਵੇਗਾ ਕਿ ਅਸੀਂ ਟਾਈਮ ਡਿਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਲਿਖਣਗੇ। ਟਾਈਮ ਡਿਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਦਿੱਤਾ ਜਾਂਦਾ ਹੈ, ਇਸ ਲਈ ਮੈਂ ਇੱਕ ਛੋਟੇ ਰੂਪ ਦੀ ਵਰਤੋਂ ਕਰ ਰਹੀ ਹਾਂ ਜਿਸ ਉੱਤੇ ਤੁਸੀਂ ਨਿਰਭਰ ਹੋਵੋਗੇ। ਇੱਥੇ ਕੀ ਇਕੁਏਸ਼ਨ ਹੋਵੇਗੀ d psi ਬਟਾ rho psi ਬਟਾ rho t। ਇਹ ਐਨਰਜੀ ਆਪਰੇਟਰ ਹੈ ਜੋ IH ਕਰੋਸ ਦੇ ਨਾਲ ਆਵੇਗਾ ਜੋ ਸੱਜੇ ਪਾਸੇ ਲੈ ਜਾਵਾਂਗੇ। ਇਸ ਲਈ ਇਹ ਮੇਰਾ IH ਕਰੋਸ ਹੈ। ਇਹ ਉਸ ਪਾਸੇ ਆਵੇਗਾ ਤੁਹਾਡੇ ਕੋਲ ਮਾਈਨਸ ਦਾ ਸਾਈਨ ਹੋਵੇਗਾ H ਕਰੋਸ ਸਕੁਏਅਰ 2m। ਤਾਂ ਮੇਰੇ ਕੋਲ ਇੱਕ ਮੋਮੈਂਟਮ ਆਪਰੇਟਰ B ਸਕੁਏਅਰ ਹੈ।
जो इस तरह लिखा गया है प्लस वी एक्स साई एक्स। ਇਹ ਮੇਰੀ ਟਾਈਮ ਡਿਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਹੈ ਜੋ ਇੱਥੇ ਮੈਂ ਕਰਦੀ ਹਾਂ ਉਹ ਇਹ ਹੈ ਕਿ ਮੈਂ ਸਿਰਫ ਸਟਾਰਟ ਕਰਦੀ ਹਾਂ, ਮੈਂ ਕੰਪਲੈਕਸ ਕੰਜੂਗੇਟ ਲੈਂਦੀ ਹਾਂ। ਮੈਂ ਸਟਾਰ ਨੂੰ ਲੈ ਜਾਵਾਂਗੀ, ਇਹ ਮਾਈਨਸ ਪਲਸ ਹੋ ਜਾਵੇਗਾ, ਇਸ ਲਈ ਮੇਰੇ ਕੋਲ h ਸਕੁਏਅਰ ਸੋਰੀ IH ਕਰੋ ਸਕੁਏਅਰ ਬਟਾ 2m ਡੇਲ x ਸਕੁਏਅਰ ਦੁਆਰਾ l ਸਕੁਏਅਰ ਸਾਈ। ਹੁਣ ਇਹ ਸਨ ਕਿ ਇਹ ਵੇਵ ਫੰਕਸ਼ਨ ਸਾਈ ਸਟਾਰ ਬਣ ਜਾਵੇਗਾ ਅਤੇ ਇੱਥੇ ਇਸ ਸਮੱਸਿਆ ਵਿੱਚ ਅੰਸ਼ਕ ਤੌਰ ਤੇ ਇੱਕ ਰੀਅਲ ਪੋਟੈਂਸ਼ੀਅਲ ਹੈ। ਇਸ ਲਈ x ਦੇ ਬਰਾਬਰ x ਦਾ ਵੀ ਸ਼ੁਰੂਆਤ ਇਸ ਲਈ x ਦੇ ਵੀ ਵਜੋਂ ਰਹੇਗਾ ਅਤੇ ਸਾਡੇ ਕੋਲ x ਦਾ ਇੱਕ ਸਾਈ ਸਟਾਰ ਹੈ। ਹੁਣ ਸਾਨੂੰ ਇਹ ਕਰਨਾ ਹੈ ਕਿ ਸਾਨੂੰ ਇਸ ਨੂੰ ਕਰੰਟ ਡੈਂਸਿਟੀ ਦੇ ਰੂਪ ਵਿੱਚ ਲਿਖਣਾ ਪਵੇਗਾ। ਤਾਂ ਜੋ ਕਰੰਟ ਡੈਂਸਿਟੀ ਲਈ ਕੀ ਐਕਸਪ੍ਰੈਸ਼ਨ ਸੀ, ਇਹ x ਦੇ ਇਸ ਰੂਪ ਦੇ ਸਾਈ ਦਾ ਸੀ। ਰੋ ਸਾਈ ਸਟਾਰ ਦੁਆਰਾ ਰੋਟੀ ਦਾ x ਪਲਸ ਸਾਈ ਸਟਾਰ ਦਾ x ਰੋ ਸਾਈ ਦਾ x ਬਟਾ ਰੋਟੀ। ਤੁਹਾਨੂੰ ਇਸ ਦਾ ਮੁਲਾਂਕਣ ਕਰਨਾ ਪਵੇਗਾ। ਇਸ ਲਈ ਤੁਸੀਂ ਇਸ ਭਾਗ ਤੇ ਵਿਚਾਰ ਕਰਦੇ ਹੋ ਜਦੋਂ ਤੁਸੀਂ ਇਹਨਾਂ ਸਮੀਕਰਨਾਂ ਦੀ ਵਰਤੋਂ ਕਰਦੇ ਹੋ ਜੋ ਹੈ ਤੁਸੀਂ ਪਹਿਲੀ ਇਕੁਏਸ਼ਨ ਨੂੰ ਇਹ ਸਾਈ ਸਟਾਰ ਦੁਆਰਾ ਮਲਟੀਪਲਾਈ ਕਰਦੇ ਹੋ ਅਤੇ ਦੂਜੀ ਇਕੁਏਸ਼ਨ ਸਾਈ ਦੁਆਰਾ। ਤੁਸੀਂ ਜੋ ਪ੍ਰਾਪਤ ਕਰਦੇ ਹੋ ਉਹ ਇਹ ਹੈ ਕਿ ਪੋਟੈਂਸ਼ੀਅਲ ਲਈ ਸਾਈ ਅਤੇ ਸਾਈ ਸਟਾਰ ਟਰਮ ਰੱਦ ਹੋ ਜਾਣਗੀ। ਜੋ ਮੈਨੂੰ ਮਿਲਦੀ ਹੈ ਮੈਂ ਇਸ ਨੂੰ ਸਰਲ ਬਣਾ ਸਕਦੀ ਹਾਂ ਕਿਉਂਕਿ IH ਕਰੋ ਸਪੋਨ 2m ਤਾਂ ਮੈਂ dx ਸਕੁਏਅਰ ਦੁਆਰਾ ਸਕੁਏਅਰ ਸਾਈ ਕੀਤਾ ਹੈ। ਪਹਿਲੀ ਟਰਮ ਸ਼ੁਰੂਆਤ ਦੇ ਨਾਲ ਹੋਵੇਗੀ ਅਤੇ ਮੇਰੇ ਕੋਲ x ਮਾਈਨਸ ਦਾ ਇੱਕ ਸਾਈ ਹੈ ਜੋ ਮੈਂ ਸਕੁਏਅਰ ਸਾਈ ਕੀਤਾ ਹੈ x ਦੇ dx ਸਕੁਏਅਰ ਸਾਈ ਸਟਾਰ ਦੁਆਰਾ। ਠੀਕ ਹੈ, ਇਹ ਮੇਰੇ ਕੋਲ ਹੁਣ ਇਹੀ ਹੈ ਜੋ ਮੈਨੂੰ ਕਰਨਾ ਹੈ ਉਹ ਇਹ ਹੈ ਕਿ ਮੈਨੂੰ ਪਾਰਟਸ ਦੁਆਰਾ ਇੰਟੀਗਰੇਸ਼ਨ ਕਰਨਾ ਪਵੇਗਾ ਅਤੇ ਫਿਰ ਪਾਰਟਸ ਦੁਆਰਾ ਇੰਟੀਗਰੇਸ਼ਨ ਕਰਨ ਤੋਂ ਬਾਅਦ ਜੋ ਮੈਂ ਪ੍ਰਾਪਤ ਕਰਦੀ ਹਾਂ ਉਹ ਸਿਰਫ ਇੱਕ ਸਧਾਰਨ ਰੂਪ ਹੈ ਜੋ ਮੈਨੂੰ ਆਪਣੇ ਐਕਸਪ੍ਰੈਸ਼ਨ ਤੇ ਵਾਪਸ ਆਉਣ ਦਿੰਦਾ ਹੈ ਜੋ ਇਹ ਐਕਸਪ੍ਰੈਸ਼ਨ ਹੈ dp ਦੁਆਰਾ dt। ਮੈਂ ਇਹਨਾਂ ਮਾਤਰਾਵਾਂ ਦਾ ਬਦਲ ਦਿੱਤਾ ਹੈ ਅਤੇ ਮੈਂ ਮਲਟੀਪਲਾਈ ਕਰਦੀ ਹਾਂ ਸਾਈ ਸਟਾਰ ਦੁਆਰਾ ਪਹਿਲਾ ਇਕੁਏਸ਼ਨ ਅਤੇ ਦੂਜੀ ਇਕੁਏਸ਼ਨ ਸਾਈ ਦੁਆਰਾ। ਮੈਂ ਹੁਣੇ ਉਹਨਾਂ ਦੋ ਇਕੁਏਸ਼ਨ ਨੂੰ ਜੋੜਿਆ ਹੈ। ਇਹ ਮੈਨੂੰ ਸਿਰਫ ਇਹ ਐਕਸਪ੍ਰੈਸ਼ਨ ਦੇਵੇਗਾ ਕਿ ਇੱਕ ਇੰਟੀਗਰਲ dx ਹੈ। ਇਸ ਲਈ ਜਦੋਂ ਤੁਸੀਂ ਭਾਗਾਂ ਦੁਆਰਾ ਇੰਟੀਗਰੇਸ਼ਨ ਕਰਦੇ ਹੋ ਜੋ ਤੁਸੀਂ ਪ੍ਰਾਪਤ ਕਰਦੇ ਹੋ ਉਹ dx ਦੁਆਰਾ d ਸਕੁਏਅਰ d ਸਾਈ ਸਟਾਰ ਹੈ। ਜਦੋਂ ਮੈਂ ਭਾਗਾਂ ਦੁਆਰਾ ਇੰਟੀਗਰੇਸ਼ਨ ਕਰਦੀ ਹਾਂ ਤਾਂ ਮੈਂ x ਮਾਈਨਸ ਦੀ d ਸਾਈ ਸਾਈ ਪ੍ਰਾਪਤ ਕਰਾਂਗੀ। ਮੈਂ ਇੱਥੇ ਲਿਖਾਂਗੀ ਕਿ x ਦਾ ਸਾਈ ਸਟਾਰ। ਮੈਂ ਹਰ ਥਾਂ ਪਰੈਂਟਨੇਸ ਨੂੰ ਯਾਦ ਕਰ ਰਹੀ ਹਾਂ ਜਿੱਥੇ ਵੀ ਤੁਸੀਂ ਇਸ ਨੂੰ ਹਰ ਥਾਂ ਲਿਖਦੇ ਹੋ ਜਾਂ ਤੁਸੀਂ ਸਿਰਫ ਵਰਤ ਸਕਦੇ ਹੋ ਸ਼ੋਰਟ ਹੈਂਡ ਨੋਟੇਸ਼ਨ x ਹੈ। ਇਹ ਉਹ ਫੋਰਮ ਹੈ ਜੋ ਤੁਹਾਨੂੰ ਉਦੋਂ ਮਿਲਦਾ ਹੈ ਜਦੋਂ ਤੁਸੀਂ ਪ੍ਰਦਰਸ਼ਨ ਕਰਦੇ ਹੋ ਜਾਂ ਇਸ ਦੀ ਬਜਾਏ ਉਹਨਾਂ ਹਿੱਸਿਆਂ ਦੁਆਰਾ ਇੰਟੀਗਰੇਸ਼ਨ ਕਰਨ ਤੋਂ ਪਹਿਲਾਂ ਵੀ ਜੋ ਤੁਹਾਡੇ ਕੋਲ ਇਹ ਫੋਰਮ ਹੈ। ਅਤੇ ਫਿਰ ਤੁਸੀਂ ਕੀ ਕਰਦੇ ਹੋ ਕਿ ਤੁਸੀਂ ਅਸਲ ਵਿੱਚ ਇਸ ਨੂੰ ਦੁਬਾਰਾ ਲਿਖ ਸਕਦੇ ਹੋ ਕਿਉਂਕਿ ਤੁਹਾਨੂੰ ਇੰਟੀਗਰੇਸ਼ਨ ਦੀਆਂ ਸੀਮਾਵਾਂ ਨੂੰ ਪਹਿਲਾ ਭਾਗ ਰੱਖਣਾ ਪੈਂਦਾ ਹੈ ਜਦੋਂ ਤੁਸੀਂ x ਬਰਾਬਰ b ਦੇ ਪਾਉਂਦੇ ਹੋ। ਤੁਸੀਂ ਇਹ ਇਸ ਲਈ ਇਹ ਮਾਈਨਸ ਸਾਈਨ ਪਹਿਲਾਂ ਹੀ ਪਹਿਲਾ ਭਾਗ ਹੈ ਜਦੋਂ x b ਦੇ ਬਰਾਬਰ ਹੁੰਦਾ ਹੈ ਤਾਂ ਤੁਸੀਂ ਜੇ x b ਪ੍ਰਾਪਤ ਕਰਦੇ ਹੋ ਮਾਈਨਸ ਲੋਅਰ ਲਿਮਿਟ ਭਾਵ ਮੇਰੇ ਕੋਲ ਇਹ ਮਾਈਨਸ ਅਤੇ ਮਾਈਨਸ ਪਲਸ ਹੋਵੇਗਾ। ਇਸ ਲਈ ਇਹ x ਇਹ ਹੋਵੇਗਾ। ਅੰਤ ਵਿੱਚ ਜੋ ਮੈਨੂੰ ਮਿਲਦਾ ਹੈ ਉਹ ਹੈ ਅੰਤ ਵਿੱਚ ਮੇਰੇ ਕੋਲ dp a b by dt
ਮਾਈਨਸ ਹੈ। ਤਾਂ ਇਹ ਲੋੜੀਂਦੇ ਸਟੈਪ ਹਨ। ਇੰਟੀਗਰੇਸ਼ਨ ਬਾਏ ਪਾਰਟਸ। ਤਾਂ ਇੱਥੇ ਮੈਂ ਇੰਟੀਗਰੇਸ਼ਨ ਬਾਏ ਪਾਰਟਸ ਕੀਤਾ ਹੈ, ਯਾਦ ਹੈ। ਇੱਕ ਵਾਰ ਜਦੋਂ ਤੁਸੀਂ ਇੰਟੀਗਰੇਸ਼ਨ ਬਾਏ ਪਾਰਟਸ ਕਰਦੇ ਹੋ ਤਾਂ ਇਹ ਐਕਸਪ੍ਰੈਸ਼ਨ ਪ੍ਰਾਪਤ ਕਰਦੇ ਹੋ ਅਤੇ ਫਿਰ ਤੁਸੀਂ ਲਿਮਿਟ ਰੱਖਦੇ ਹੋ ਅਤੇ ਪ੍ਰੋਬਲਮ ਦਾ ਇੱਕ ਹਿੱਸਾ ਪ੍ਰਾਪਤ ਕਰਦੇ ਹੋ। ਤਾਂ ਅਸੀਂ ਅਗਲੇ ਭਾਗ ਵਿੱਚ ਕੀ ਕਰਦੇ ਹਾਂ? ਬੀ ਭਾਗ ਵਿੱਚ ਤੁਹਾਡੇ ਕੋਲ ਪੋਟੈਂਸ਼ੀਅਲ ਹੈ ਜੋ ਰੀਅਲ ਨਹੀਂ ਹੈ। ਇਹ ਇਮੈਜਨਰੀ ਹੈ। ਸਾਰੀ ਐਕਸਰਸਾਈਜ਼ ਜੋ ਤੁਸੀਂ 1-2 ਤੋਂ ਦੁਹਰਾਓਗੇ। ਹੁਣ ਅਸੀਂ ਜੋ ਕੀਤਾ ਉਹ ਠੀਕ ਹੈ। ਅਤੇ ਫਿਰ ਅਸੀਂ ਕੀ ਕਰਦੇ ਹਾਂ ਕਿ ਸਾਡੇ ਕੋਲ ਇਮੈਜਨਰੀ ਹਿੱਸੇ ਤੋਂ ਇੱਕ ਵਾਧੂ ਟਰਮ ਜਾਂ ਵਾਧੂ ਯੋਗਦਾਨ ਆਵੇਗਾ। ਇਮੈਜਨਰੀ ਭਾਗ। ਇਸ ਲਈ ਮੈਨੂੰ ਉਹ ਲਿਖਣ ਦਿਓ ਜੋ ਸਾਨੂੰ ਦਿੱਤਾ ਜਾਂਦਾ ਹੈ। ਇਹ ਦਿੱਤਾ ਜਾਂਦਾ ਹੈ ਕਿ P ਦਾ T P ਤੇ ਹੋਣੇ ਅਤੇ B ਦੀ ਥਾਂ -ਇਨਫਿਨਿਟੀ ਅਤੇ +ਇਨਫਿਨਿਟੀ ਦੁਆਰਾ ਲੈ ਲਈ ਜਾਂਦੀ ਹੈ। T ਅੰਤਮ ਐਕਸਪ੍ਰੈਸ਼ਨ ਦੇ ਬਰਾਬਰ ਹੈ। ਜੋ ਅਸੀਂ P ਦਾ T ਦੀ ਟਰਮਜ਼ ਵਿੱਚ ਪ੍ਰਾਪਤ ਕਰਦੇ ਹਾਂ ਉਹ ਕਿਸੇ ਅਜਿਹੇ ਰੂਪ ਦਾ ਹੋਵੇਗਾ ਜਿਸ ਵਿੱਚ ਸਾਨੂੰ ਇਸ ਐਕਸਪ੍ਰੈਸ਼ਨ ਨਾਲ ਤੁਲਨਾ ਕਰਨੀ ਪਵੇਗੀ। ਹੁਣ ਪ੍ਰੋਬੇਬਿਲਿਟੀ ਡੈਂਸਿਟੀ ਦੁਆਰਾ ਦਿੱਤੀ ਜਾਂਦੀ ਹੈ ਜੋ ਅਸੀਂ ਪਿਛਲੀ ਉਦਾਹਰਣ ਵਿੱਚ ਗਣਨਾ ਕੀਤੀ ਸੀ। ਮੈਂ ਇੱਕ ਸ਼ੌਰਟਹੈਂਡ ਨੋਟੇਸ਼ਨ ਦੁਬਾਰਾ ਲਿਖਦਾ ਹਾਂ ਕਿ T A ਤੋਂ B ਦੇ ਬਰਾਬਰ ਹੈ ਤਾਂ ਮੇਰੇ ਕੋਲ psi C। ਮੇਰਾ ਮਤਲਬ ਹੈ ਉਹੀ ਐਕਸਪ੍ਰੈਸ਼ਨ ਮੈਂ psi ਵੀ ਲਈ ਲਿਖਾਂਗੀ। ਮੈਂ ਇੱਥੇ ਸਿਰਫ psi ਨੂੰ ਦੁਬਾਰਾ ਲਿਖਾਂਗੀ। ਅਤੇ ਮੇਰੇ ਕੋਲ ਇੱਕ dx ਹੈ ਅਤੇ ਫਿਰ ਮੈਂ ਡੈਰੀਵੇਟਿਵ ਲੈਂਦੀ ਹਾਂ। ਇਸ ਲਈ L ਕੋਲ ਇੱਕ ਟਰਮ ਹੋਵੇਗੀ ਪਲੱਸ ਦੂਜੀ ਟਰਮ ਹੋਵੇਗੀ। ਉਸੇ ਤਰ੍ਹਾਂ ਮੈਂ ਉਸੇ ਪ੍ਰਕਿਰਿਆ ਨੂੰ ਦੁਹਰਾਵਾਂਗਾ ਅਤੇ ਟਾਈਮ ਤੇ ਡਿਪੈਂਡੈਂਟ ਫੰਕਸ਼ਨ ਦੀ ਵਰਤੋਂ ਕਰਕੇ ਟਾਈਮ ਤੇ ਡਿਪੈਂਡੈਂਟ ਵੇਵ ਫੰਕਸ਼ਨ ਦਾ ਸਬਸਟੀਟਿਊਟ ਕਰਾਂਗੇ। ਮੈਂ ਇਹਨਾਂ ਟਰਮਜ਼ ਦਾ ਸਬਸਟੀਟਿਊਟ ਕਰਾਂਗੇ ਅਤੇ ਜੋ ਮੈਂ ਪ੍ਰਾਪਤ ਕਰਦਾ ਹਾਂ ਉਹ ਹੈ ਮੈਂ ਫਿਰ ਉਹੀ ਐਕਸਪ੍ਰੈਸ਼ਨ ਪ੍ਰਾਪਤ ਕਰਾਂਗੀ। ਜੋ ਐਕਸਪ੍ਰੈਸ਼ਨ ਦਾ ਪਹਿਲਾ ਭਾਗ ਇੱਕੋ ਜਿਹਾ ਰਹੇਗਾ ਕਿਉਂਕਿ ਸਾਡੇ ਕੋਲ ਵੇਵ ਫੰਕਸ਼ਨ ਦਾ ਬਾਕੀ ਹਿੱਸਾ ਇੱਕੋ ਜਿਹਾ ਹੈ। ਐਕਸਪ੍ਰੈਸ਼ਨ ਇੱਕੋ ਜਿਹਾ ਹੈ। ਸਾਡੇ ਕੋਲ ਵਾਧੂ ਟਰਮ ਹੈ ਜਾਂ ਪੋਟੈਂਸ਼ੀਅਲ ਤੋਂ ਆਉਣ ਵਾਲਾ ਵਾਧੂ ਯੋਗਦਾਨ। ਹੁਣ ਇੱਥੇ ਪੋਟੈਂਸ਼ੀਅਲ ਯਾਦ ਹੈ ਕਿ ਵੀ ਕੁਝ ਨਹੀਂ ਹੈ ਪਰ ਵੀ ਨॉट -i ਗਾਮਾ। ਇਸ ਲਈ ਵਾਧੂ ਯੋਗਦਾਨ i ਗਾਮਾ ਤੋਂ ਆਵੇਗਾ। ਇਹ ਵੀ ਨॉट ਅਤੇ ਗਾਮਾ ਰੀਅਲ ਹਨ। ਮੇਰੇ ਕੋਲ ਇੱਕ ਵਾਧੂ ਟਰਮ ਹੈ। ਇਹ ਵਾਧੂ ਟਰਮ ਕੀ ਹੈ? ਇਹ ਕਦਮ ਤੁਹਾਨੂੰ ਵਿਚਕਾਰ ਕੰਮ ਕਰਨਾ ਪਵੇਗਾ। psi dx ਸ਼ੁਰੂ ਕਰਦਾ ਹੈ ਅਤੇ ਸੀਮਾਵਾਂ ਦੇ ਵਿਚਕਾਰੇ ਤੋਂ ਵੀ ਮੈਨੂੰ ਇਸ ਨੂੰ ਠੀਕ ਕਰਨ ਦਿਓ। ਇਹ ਵੀ ਇੱਥੇ ਹੈ ਕਿ ਅਸੀਂ ਕੀ ਕਰਾਂਗੇ। ਅਸੀਂ ਉਹੀ ਨਤੀਜਾ ਪ੍ਰਾਪਤ ਕੀਤਾ ਹੈ ਪਲੱਸ ਪੋਟੈਂਸ਼ੀਅਲ ਤੋਂ ਆਉਣ ਵਾਲੇ ਵਾਧੂ ਯੋਗਦਾਨ ਨੂੰ ਪ੍ਰਾਪਤ ਕੀਤਾ ਹੈ। ਤੁਸੀਂ ਇਸ ਨੂੰ ਕੰਪਲੈਕਸ ਹਿੱਸੇ ਕਰਕੇ ਕੰਮ ਕਰ ਸਕਦੇ ਹੋ। ਇਸ ਲਈ 2 ਯੋਗਦਾਨ ਹੋਣਗੇ। ਇਸ ਲਈ 2 ਗਾਮਾ H0 ਕਰੋਸ ਰੱਖੋ। ਹੁਣ ਅਸੀਂ ਕੀ ਕਰਾਂਗੇ ਉਹ ਹੈ A ਅਤੇ B ਨੂੰ -ਇਨਫਿਨਿਟੀ ਅਤੇ ਇਨਫਿਨਿਟੀ ਦੁਆਰਾ ਬਦਲ ਦੇਵੇਗਾ। ਇਸ ਲਈ ਜਦੋਂ ਅਸੀਂ ਇਸ ਨੂੰ ਬਦਲਦੇ ਹਾਂ ਤਾਂ ਇਹ ਇਨਫਿਨਿਟੀ ਅਤੇ -ਇਨਫਿਨਿਟੀ ਹੈ। ਜੋ ਮੈਂ ਪ੍ਰਾਪਤ ਕਰਦਾ ਹਾਂ ਉਹ ਹੈ dt ਦੁਆਰਾ ਮਾਈਨਸ ਅਤੇ ਪਲੱਸ ਇਨਫਿਨਿਟੀ ਤੇ dp ਹੋਵੇਗਾ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ -ਇਨਫਿਨਿਟੀ ਅਤੇ ਪਲੱਸ ਇਨਫਿਨਿਟੀ ਤੇ ਕਰੰਟ ਡੈਂਸਿਟੀ ਇਸ ਲਈ ਹੋਵੇਗੀ ਕਿਉਂਕਿ x ਤੇ ਵੇਵ ਫੰਕਸ਼ਨ 0 ਦੇ ਬਰਾਬਰ ਹੈ। ਤੁਹਾਨੂੰ ਗਾਮਾ 2 ਗਾਮਾ H ਕਰੋਸ ਦੇ ਨਾਲ ਛੱਡ ਦਿੱਤਾ ਜਾਵੇਗਾ। AP psi dx ਕੋਈ ਮਾਇਨੇ ਨਹੀਂ ਰੱਖਦਾ। ਹੁਣ ਅਜਿਹਾ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਆਸਾਨੀ ਨਾਲ ਲਿਖ ਸਕਦੇ ਹੋ ਕਿਉਂਕਿ ਇਹ ਪ੍ਰੋਬੇਬਿਲਿਟੀ ਹੈ
ਅਤੇ ਤੁਹਾਡੇ ਕੋਲ ਇੱਕ ਇੰਟੀਗਰਲ ਅੰਗ ਹੈ ਤਾਂ ਜੋ ਤੁਸੀਂ ਪੂਰੇ ਸਮੇਂ ਵਿੱਚ ਇੰਟੀਗਰੇਟ ਹੋ ਸਕੋ। ਅਤੇ h ਕਰੋਸ ਟਾਈਮ t। ਇਹ ਬਹੁਤ ਸਰਲ ਹੈ ਅਤੇ ਇਸ ਨੂੰ ਦਿਖਾਇਆ ਜਾ ਸਕਦਾ ਹੈ ਕਿਉਂਕਿ ਇਹ ਤੁਸੀਂ ਜਾਣਦੇ ਹੋ ਕਿ t ਦੇ p ਤੋਂ ਇਲਾਵਾ ਕੁਝ ਨਹੀਂ ਹੈ। ਤੁਹਾਡੇ ਕੋਲ ਪ੍ਰੋਬੇਬਿਲਿਟੀ -2 ਗਾਮਾ h ਕਰੋਸ p ਆਫ t ਹੈ। ਜੋ ਅਸੀਂ ਪ੍ਰਾਪਤ ਕਰਦੇ ਹਾਂ ਉਹ ਇਹ ਐਕਸਪ੍ਰੈਸ਼ਨ ਹੈ। ਹੁਣ ਤੁਸੀਂ ਇਸ ਦੀ ਤੁਲਨਾ ਉਸ ਨਾਲ ਕਰਦੇ ਹੋ ਜੋ ਸਾਨੂੰ ਦਿੱਤਾ ਜਾਂਦਾ ਹੈ, ਉਹ ਹੈ e ਦੀ ਪਾਵਰ -it ਬਟਾ ਟਾਓ। ਹੁਣ ਟਾਈਮ ਤੇ ਡਿਪੈਂਡੈਂਟ ਵੇਵ ਫੰਕਸ਼ਨ ਟਾਈਮ t ਤੇ ਪ੍ਰੋਬੇਬਿਲਿਟੀ ਕੁਝ t ਦੇ ਬਰਾਬਰ ਹੈ ਜੋ ਇਨਫਿਨਿਟੀ ਤੋਂ +ਇਨਫਿਨਿਟੀ ਦੁਆਰਾ ਦਿੱਤਾ ਜਾਵੇਗਾ। ਤੁਸੀਂ ਅਸਲ ਵਿੱਚ ਗਾਮਾ ਦੇ ਵਿਚਕਾਰ ਰਿਲੇਸ਼ਨ ਲਿਖ ਸਕਦੇ ਹੋ। ਗਾਮਾ ਕੀ ਹੋਵੇਗਾ? ਗਾਮਾ ਟਾਓ ਦੀ ਟਰਮਜ਼ ਵਿੱਚ ਹੋਵੇਗਾ। ਜੇ ਤੁਸੀਂ ਲਿਖਣਾ ਚਾਹੁੰਦੇ ਹੋ ਕਿ ਅਸੀਂ ਕੀ ਕਰ ਸਕਦੇ ਹਾਂ, 2 ਟਾਓ ਜਾਂ ਟਾਓ h ਕਰੋਸ ਬਟਾ 2 ਕੈਮੇਲ ਹੈ। ਇਹ ਉਹ ਹੈ ਜੋ ਅਸੀਂ ਪ੍ਰਾਪਤ ਕਰਦੇ ਹਾਂ। ਫਿਰ ਅਸੀਂ ਅਗਲੀ ਪ੍ਰੋਬਲਮ ਵੱਲ ਜਾਂਦੇ ਹਾਂ ਜੋ ਕਹਿੰਦਾ ਹੈ ਕਿ ਅਗਲੀ ਸਮੱਸਿਆ ਵਿੱਚ ਇਹ ਕਹਿੰਦਾ ਹੈ ਕਿ ਤੁਹਾਡੇ ਕੋਲ ਇੱਕ ਪਾਰਟੀਕਲ ਹੈ ਜੋ ਸਿਲੰਡਰ ਦੀ ਸਤਹ ਤੇ ਚੱਲ ਰਿਹਾ ਹੈ। ਇੱਕ ਪਾਰਟੀਕਲ L ਦੇ ਸਿਲੰਡਰ ਦੀ ਸਤਹ ਤੇ ਚੱਲ ਰਿਹਾ ਹੈ। ਇਸ ਲਈ Z ਡਾਇਰੈਕਸ਼ਨ ਦੇ ਨਾਲ-ਨਾਲ Z ਵਿਚਕਾਰ ਹੈ ਅਤੇ L ਅਤੇ R ਸਿਲੰਡਰ ਪੋਟੈਂਸ਼ੀਅਲ ਐਨਰਜੀ ਦਾ ਰੇਡੀਅਸ ਇਸ ਦੁਆਰਾ ਦਿੱਤਾ ਜਾਂਦਾ ਹੈ। ਇਸ ਲਈ 0 ਅਤੇ L ਦੇ ਵਿਚਕਾਰ ਦੇ ਖੇਤਰ ਲਈ ਪੋਟੈਂਸ਼ੀਅਲ 0 ਹੈ ਅਤੇ ਬਾਉਂਡਰੀ T ਬਾਉਂਡਰੀਜ਼ V ਤੇ ਨਹੀਂ ਹੈ। V ਦੀ ਇਨਫਿਨਿਟੀ ਹੈ ਤਾਂ ਜੋ ਤੁਸੀਂ ਇਸ ਦੀ ਕਲਪਨਾ ਕਰ ਸਕੋ ਜਾਂ ਇਸ ਨੂੰ ਇੱਕ ਇਨਫਾਈਨਾਈਟ ਪੋਟੈਂਸ਼ੀਅਲ ਵਾਲੇ ਪੋਟੈਂਸ਼ੀਅਲ ਖੂਹ ਵਿੱਚ ਇੱਕ ਪਾਰਟੀਕਲ ਵਜੋਂ ਵਿਚਾਰ ਸਕਦੇ ਹੋ। ਜਿਵੇਂ ਕਿ ਤੁਸੀਂ ਇੱਕ ਡਾਇਮੈਂਸ਼ਨਲ ਪੋਟੈਂਸ਼ੀਅਲ ਚੰਗੀ ਪ੍ਰੋਬਲਮ ਵੇਖੀ ਹੈ ਤਾਂ ਜੋ ਐਨਰਜੀ ਮੁੱਲਾਂ ਅਤੇ ਐਨਰਜੀ ਨੂੰ ਨਿਰਧਾਰਤ ਕਰਨਾ ਬਹੁਤ ਸਰਲ ਹੈ। ਆਈਗਨ ਮੁੱਲ ਅਤੇ ਆਈਗਨ ਫੰਕਸ਼ਨ ਟਰਿਕ ਉਹੀ ਹੋਵੇਗੀ ਜੋ ਤੁਸੀਂ ਸ਼ੁਰੂ ਕਰਦੇ ਹੋ। ਠੀਕ ਹੈ, ਇਸ ਲਈ ਇੱਥੇ ਸਿਲਿੰਡ੍ਰਿਕਲ ਕੋਆਰਡੀਨੇਟਸ ਦੀ ਵਰਤੋਂ ਕਰਨਾ ਬਹੁਤ ਸੁਵਿਧਾਜਨਕ ਹੋਵੇਗਾ। ਇਸ ਲਈ ਮੈਂ ਇਸ ਦੀ ਵਰਤੋਂ ਕਰਾਂਗੀ ਕਿ ਤੁਸੀਂ ਕਾਰਟੀਜ਼ੀਅਨ ਕੋਆਰਡੀਨੇਟਸ ਦੀ ਵਰਤੋਂ ਵੀ ਕਰ ਸਕਦੇ ਹੋ। ਲੈਂਥ L ਦੇ ਸਿਲੰਡਰ ਦੀ ਸਤਹ ਤੇ ਚੱਲਣ ਵਾਲੇ ਪਾਰਟੀਕਲ ਲਈ ਅਤੇ ਇਹ ਰੇਡੀਅਸ R ਸਾਨੂੰ ਇਹ ਪੋਟੈਂਸ਼ੀਅਲ ਚੰਗੀ ਪ੍ਰੋਬਲਮ ਦਿੱਤੀ ਜਾਂਦੀ ਹੈ ਜਿਸ ਵਿੱਚ V phi ਦਾ V ਹੈ Z 0 ਘੱਟ ਡੈਂਸਿਟੀ ਲਈ 0 ਹੈ ਜੋ Z ਤੋਂ ਘੱਟ ਹੈ। ਫਿਰ L ਪੋਟੈਂਸ਼ੀਅਲ ਦੇ ਅੰਦਰ ਪੋਟੈਂਸ਼ੀਅਲ 0 ਹੈ ਅਤੇ ਇਹ ਕਿਤੇ ਹੋਰ ਇਨਫਿਨਿਟੀ ਹੈ। V 0 ਹੈ, V ਇਨਫਿਨਿਟੀ ਹੈ, ਇਸ ਲਈ ਇਹਨਾਂ ਪੁਆਇੰਟਸ ਤੇ ਵੀ ਇਨਫਿਨਿਟੀ ਹੈ ਅਤੇ ਇਹ ਉਹ ਰੇਡੀਅਸ ਹੈ ਜੋ ਸਿਲੰਡਰ ਦੀ ਲੈਂਥ ਹੈ। ਹੁਣ ਸ਼ੁਰੂ ਕਰੀਏ। ਅਸੀਂ ਟਾਈਮ ਡਿਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਲਿਖਣ ਲਈ ਕਾਰਟੀਜ਼ੀਅਨ ਕੋਆਰਡੀਨੇਟਸ ਦੀ ਵਰਤੋਂ ਕਰਦੇ ਹਾਂ। ਕਾਰਟੀਜ਼ੀਅਨ ਕੋਆਰਡੀਨੇਟਸ ਦੀ ਵਰਤੋਂ ਕਰਕੇ ਤੁਸੀਂ ਇਸ ਨੂੰ ਹੱਲ ਕਰ ਸਕਦੇ ਹੋ ਕਿ ਮੈਂ ਸਿਲਿੰਡ੍ਰਿਕਲ ਕੋਆਰਡੀਨੇਟਸ ਦੀ ਵਰਤੋਂ ਕਰਾਂਗੀ। ਅਸੀਂ ਇਸ ਟਰਮਜ਼ ਵਿੱਚ ਸਿਲੈਂਡ੍ਰਿਕਲ ਕੋਆਰਡੀਨੇਟਸ ਦੇ ਮਾਮਲੇ ਵਿੱਚ ਟਾਈਮ ਡਿਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਲਿਖ ਸਕਦੇ ਹਾਂ। ਡੈਲਟਾ ਸਕੁਏਅਰ Z ਨੂੰ ਛੱਡ ਕੇ -1 Z ਦਾ ਹੈ, ਇਸ ਲਈ ਇਹ ਕੈਪੀਟਲ Z ਹੈ। ਇਹ ਛੋਟਾ z ਹੈ। Z ਸਕੁਏਅਰ 2m ਦੇ ਬਰਾਬਰ ਹੈ E ਬਟਾ h ਕਰੋਸ t ਸਕੁਏਅਰ। ਠੀਕ ਹੈ। ਇਹ ਸਟੈਂਡਰਡ ਰੂਪ ਹੈ। ਹੁਣ ਅਸੀਂ ਪੋਟੈਂਸ਼ੀਅਲ ਦੇ ਅੰਦਰ ਪਾਰਟੀਕਲ ਬਾਰੇ ਗੱਲ ਕਰ ਰਹੇ ਹਾਂ, ਇਸ ਲਈ V phi ਹੈ Z 0 ਹੈ। ਸਾਡੇ ਕੋਲ ਪੋਟੈਂਸ਼ੀਅਲ ਟਰ ਨਹੀਂ ਹੈ। ਇਸ ਨੂੰ ਤੁਸੀਂ ਕਿਸੇ A ਸਕੁਏਅਰ ਵਜੋਂ ਲਿਖ ਸਕਦੇ ਹੋ ਅਤੇ ਇਹ ਤੁਸੀਂ ਕੁਝ ਸਕੁਏਅਰ ਲਿਖ ਸਕਦੇ ਹੋ।
ਇਹ ਵੇਰੀਏਬਲਾਂ ਵਾਲਾ ਇਕੁਏਸ਼ਨ ਹੈ। ਮੈਨੂੰ ਇਹ ਕਹਿਣ ਦਿਓ ਕਿ ਕੈਪੀਟਲ ਫਾਈ 1/r ਸਕੁਏਅਰ ਕੈਪੀਟਲ ਫਾਈ ਦੁਆਰਾ ਕਨਫਿਊਸ਼ਨ ਤੋਂ ਬਚਦੀ ਹੈ। ਮੈਂ ਇੱਥੇ ਵਾਪਸ ਆਵਾਂ, ਇਹ ਕੁਝ ਵੀ ਨਹੀਂ ਸੀ, ਪਰ ਇਹ ਸਕੁਏਅਰ ਦੇ ਬਰਾਬਰ ਹੈ। ਠੀਕ ਹੈ, ਮੈਨੂੰ ਇਸ ਹਿੱਸੇ ਨੂੰ ਜਲਦੀ ਦੁਬਾਰਾ ਲਿਖਣਾ ਹੈ। ਫਾਈ ਬਟਾ ਫਾਈ ਸਕੁਏਅਰ ਦੀ ਡੇਲ ਸਕੁਏਅਰ ਪੂੰਜੀ ਫਾਈ ਇਹ ਸਕੁਏਅਰ ਦੇ ਬਰਾਬਰ ਹੈ। ਹੁਣ ਤੁਸੀਂ ਆਸਾਨੀ ਨਾਲ ਗਣਨਾ ਕਰ ਸਕਦੇ ਹੋ। ਫਾਈ ਆਫ ਫਾਈ ਬਹੁਤ ਸਰਲ ਹੈ। ਹੁਣ ਇਸ ਨੂੰ ਲਿਖਿਆ ਜਾ ਸਕਦਾ ਹੈ ਸਾਈ e ਦੀ ਪਾਵਰ i ਇਹ ਫਾਈ ਹੈ। ਅਤੇ ਤੁਹਾਡੇ ਕੋਲ r ਦਾ ਫੈਕਟਰ ਹੈ ਜੋ ਇੱਥੋਂ ਆ ਰਿਹਾ ਹੈ, ਇਸ ਲਈ ਤੁਹਾਡੇ ਕੋਲ ਇਹ r ਵੀ ਹੋਵੇਗਾ। ਮੈਨੂੰ ਇਸ ਨੂੰ ਇੱਥੇ ਲਿਖਣ ਦਿਓ, ਇਸ ਲਈ ਇਹ ਉਹ ਸੋਲਿਊਸ਼ਨ ਹੋਵੇਗਾ। ਤੁਹਾਡੇ ਕੋਲ ਇਹ ਸਕੁਏਅਰ r ਸਕੁਏਅਰ i ਇਨਟੂ ਫਾਈ ਹੈ। ਅਗਲਾ ਸਟੈਪ ਕੰਟੀਨਿਊਟੀ ਜਾਂ ਬਾਉਂਡਰੀ ਕੰਡੀਸ਼ਨ ਨੂੰ ਲਾਗੂ ਕਰਨਾ ਹੋਵੇਗਾ। ਬਾਉਂਡਰੀ ਤੇ ਫਾਈ ਦੇ ਬਰਾਬਰ ਹੈ, ਇਹ ਅਸੀਂ ਉਸ ਸੀਮਾ ਤੇ ਸਹੀ ਜਾਣਦੇ ਹਾਂ ਜੋ 2 ਪਾਈ ਰੋਟੇਸ਼ਨ ਪਾਈ ਤੋਂ ਬਾਅਦ ਹੈ, ਜੋ ਕੈਪੀਟਲ ਫਾਈ ਦੇ ਬਰਾਬਰ ਹੋਵੇਗਾ, ਜੋ ਸਾਨੂੰ ਇਹ ਅਤੇ r ਦੇ ਵਿਚਕਾਰ ਰਿਲੇਸ਼ਨ ਦੇਵੇਗਾ। ਇਹ ਕੁਝ L ਵਾਰ ਹੋਵੇਗਾ ਇਹ। ਫਿਰ ਤੁਸੀਂ ਸਬਸਟੀਟਿਊਟ ਅਤੇ ਤੁਹਾਨੂੰ ਇਹ ਐਕਸਪ੍ਰੈਸ਼ਨ ਮਿਲਦਾ ਹੈ ਜਿੱਥੇ L ਕੋਈ ਵੈਲਿਊ ਲੈ ਸਕਦਾ ਹੈ 1 ਤੋਂ n ਤੱਕ। ਇਹ L ਅਤੇ r ਵਿਚਕਾਰ ਰਿਲੇਸ਼ਨ ਹੈ। ਅਗਲੇ ਕਦਮ ਵਿੱਚ ਦੂਜੇ ਭਾਗ ਦੀ ਗਣਨਾ ਕਰਨਾ ਸ਼ਾਮਲ ਹੋਵੇਗਾ, ਜੋ ਸਿਲੰਡਰ ਦੀ ਲੈਂਥ ਦੇ ਨਾਲ-ਨਾਲ ਭਾਗ ਹੈ। ਇੱਕ ਡਾਇਮੈਂਸ਼ਨਲ ਡੱਬੇ ਵਿੱਚ ਪਾਰਟੀਕਲ ਮੈਂ ਸੋਲਿਊਸ਼ਨ ਨੂੰ ਸਿਰਫ 2/L ਵਜੋਂ ਲਿਖ ਸਕਦੀ ਹਾਂ। ਹੁਣ ਇਹ Z ਕੰਪੋਨੈਂਟ ਹੈ ਜਿਸ ਦੀ ਲੈਂਥ ਸਿਲੰਡਰ ਦੀ ਹੈ, ਇੱਕ ਡੱਬੇ ਵਿੱਚ ਇੱਕ ਡਾਇਮੈਂਸ਼ਨਲ ਪਾਰਟੀਕਲ ਦੀ ਤਰ੍ਹਾਂ ਹੈ। ਇਸ ਨੂੰ n ਪਾਈ b ਜਾਂ Z ਦੇ ਤੌਰ ਤੇ ਲਿਖਿਆ ਜਾ ਸਕਦਾ ਹੈ। ਚੌੜਾਈ ਜੋ ਕਿ L ਹੈ, ਇੱਥੇ ਅਸੀਂ I ਨੂੰ L ਵਰਤਿਆ ਹੈ। ਇਹ ਇੱਕ ਡਾਇਮੈਂਸ਼ਨਲ ਡੱਬੇ ਵਿੱਚ ਪਾਰਟੀਕਲ ਲਈ ਫੰਕਸ਼ਨ ਕਰਨ ਲਈ ਇੱਕ ਬਾਕਸ ਸੋਲਿਊਸ਼ਨ ਵਿੱਚ ਪਾਰਟੀਕਲ ਨੂੰ ਦਰਸਾਉਣ ਦਾ ਫੰਕਸ਼ਨ ਹੈ। ਇੱਥੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ b ਕੁਝ ਵੀ ਨਹੀਂ ਹੈ ਪਰ n ਪਾਈ ਬਟਾ L ਵੇਵ ਫੰਕਸ਼ਨ ਨੂੰ ਸਕੁਏਅਰ ਰੂਟ ਦੇ L ਸਾਈਨ b ਦੁਆਰਾ b ਇੰਟੂ Z ਦੁਆਰਾ ਦਿੱਤਾ ਜਾਂਦਾ ਹੈ। ਹੁਣ ਇਹ ਅੰਤਮ ਐਕਸਪ੍ਰੈਸ਼ਨ ਹੈ ਜਾਂ ਐਨਰਜੀ ਆਈਗਨ ਵੈਲਿਊ 2m ਵਾਰ h ਕਰੋ ਸਕੁਏਅਰ ਹੈ। ਸਾਡੇ ਕੋਲ ਇਹ ਅਜਿਹਾ ਹੈ ਜੋ ਕੁਝ ਵੀ ਨਹੀਂ ਹੈ, ਪਰ ਮੈਂ ਇਸ ਨੂੰ a ਸਕੁਏਅਰ ਪਲਸ b ਸਕੁਏਅਰ ਵਜੋਂ ਲਿਖਾਂਗੀ, ਜੋ ਅਸੀਂ ਵੇਖਿਆ ਸੀ ਕਿ ਇਹ ਕੁਝ ਵੀ ਨਹੀਂ ਹੋਵੇਗਾ ਪਰ e ਜਾਂ ਤੇ h ਕਰੋ ਸਕੁਏਅਰ ਬਟਾ 2m ਕੁਝ ਨਹੀਂ ਪਰ n ਸਕੁਏਅਰ ਬਟਾ r ਸਕੁਏਅਰ ਪਲਸ n ਸਕੁਏਅਰ p ਸਕੁਏਅਰ L ਸਕੁਏਅਰ ਕੈਪੀਟਲ ਫਾਈ। ਇਹ ਇੱਕ ਕੈਪੀਟਲ L ਹੈ, ਇਹ ਛੋਟਾ l ਹੈ, ਯਾਦ ਹੈ e ਇਹ ਐਨਰਜੀ ਆਈਗਨ ਵੈਲਿਊ ਹੈ ਅਤੇ ਤੁਸੀਂ ਜੋ ਵੇਵ ਫੰਕਸ਼ਨ ਵੇਖੇ ਹਨ, NO 5ਵੀਂ ਸਮੱਸਿਆ ਹੈ ਜੋ ਅਸੀਂ ਕਰਦੇ ਹਾਂ। ਕੁਝ ਕਦਮ ਮੈਂ ਇੱਥੇ ਸਿਰਫ ਇਹ ਦੱਸਾਂਗਾ ਕਿ 5ਵੀਂ ਪ੍ਰੋਬਲਮ ਇੱਕ ਡਾਇਮੈਂਸ਼ਨ ਵਿੱਚ ਆਕਰਸ਼ਕ ਪੋਟੈਂਸ਼ੀਅਲ ਤੇ ਆਧਾਰਿਤ ਹੈ, ਇਸ ਲਈ ਸਵਾਲ ਹੈ ਕਿ ਦੱਸੋ ਇਹ ਕਿ ਇੱਕ ਡਾਇਮੈਂਸ਼ਨਲ ਡੱਬੇ ਵਿੱਚ ਹਰ ਆਕਰਸ਼ਕ ਪੋਟੈਂਸ਼ੀਅਲ ਵਿੱਚ ਨੈਗੇਟਿਵ ਐਨਰਜੀ ਵਾਲੀ ਘੱਟੋ ਘੱਟ ਇੱਕ ਬਾਉਂਡ ਅਵਸਥਾ ਹੁੰਦੀ ਹੈ ਅਤੇ ਤੁਸੀਂ ਅਜ਼ਮਾਇਸ਼ ਵੇਵ ਫੰਕਸ਼ਨਾਂ ਦੀ ਵਰਤੋਂ ਕਰਕੇ ਇਸ ਨੂੰ ਸਾਬਤ ਕਰ ਸਕਦੇ ਹੋ।
ਪੰਜਵਾਂ ਸਵਾਲ ਜੋ ਤੁਸੀਂ ਹੁਣ ਲੈ ਕੇ ਸ਼ੁਰੂ ਕਰ ਸਕਦੇ ਹੋ, ਇਸ ਲਈ ਵੀ ਦਾ x ਸਾਰੇ x ਲਈ 0 ਤੋਂ ਘੱਟ ਜਾਂ ਬਰਾਬਰ ਤੋਂ ਘੱਟ ਹੈ ਅਤੇ x ਦਾ ਵੀ ਕੁਝ x ਲਈ 0 ਹੈ। ਆਕਰਸ਼ਕ ਪੋਟੈਂਸ਼ੀਅਲ ਸਾਡਾ ਮਤਲਬ ਹੈ ਇੱਕ ਪੀਸਵਾਈਜ਼ ਕੰਟੀਨਿਊਅਸ ਵੇਵ ਫੰਕਸ਼ਨ v of x ਦਾ ਇੱਕ ਪੀਸਵਾਈਜ਼ ਕੰਟੀਨਿਊਅਸ ਫੰਕਸ਼ਨ ਹੈ, ਇਸ ਤਰ੍ਹਾਂ ਕਿ x ਦਾ ਵੀ ਸਾਰੇ x ਲਈ 0 ਤੋਂ ਘੱਟ ਜਾਂ ਬਰਾਬਰ ਹੁੰਦਾ ਹੈ ਅਤੇ ਇਹ x ਦੇ ਕੁਝ ਵੈਲਿਊ ਨਾਲੋਂ ਘੱਟ ਹੁੰਦਾ ਹੈ। v ਦਾ x ਅਸੀਂ ਜਾਣਦੇ ਹਾਂ ਕਿ ਪਲੱਸ ਮਾਈਨਸ ਇਨਫਿਨਿਟੀ ਦੇ ਬਰਾਬਰ x ਤੇ a ਪਲੱਸ ਮਾਈਨਸ ਇਨਫਿਨਿਟੀ ਲਈ ਜਾਵੇਗਾ। ਹੁਣ ਆਓ ਹੈਮਿਲਟੋਨੀਅਨ ਆਪਰੇਟਰ ਨੂੰ ਲਿਖਦੇ ਹਾਂ dx ਸਕੁਏਅਰ ਦੁਆਰਾ 2md ਸਕੁਏਅਰ ਤੇ h ਮਾਈਨਸ h ਕਰੋ ਸਕੁਏਅਰ ਹੈ। ਹੁਣ ਅਸੀਂ ਆਕਰਸ਼ਕ ਪੋਟੈਂਸ਼ੀਅਲ ਬਾਰੇ ਗੱਲ ਕਰ ਰਹੇ ਹਾਂ, ਇਸ ਲਈ ਮੈਂ ਇੱਥੇ x v ਦਾ x ਮੋਡ ਰੱਖਦਾ ਹਾਂ। v ਨੈਗੇਟਿਵ ਹੈ, ਇਸ ਲਈ ਜੇ ਮੈਂ ਪਰਖ ਵੇਵ ਫੰਕਸ਼ਨ ਦੀ ਵਰਤੋਂ ਕਰਨਾ ਚਾਹੁੰਦਾ ਹਾਂ ਤਾਂ ਮੈਂ ਇੱਕ ਮੋਡ ਸਾਈਨ ਲਗਾਇਆ ਹੈ ਐਲਫਾ ਬਟਾ ਪਾਈ 1/4 ਤੇ ਇਹ ਚੌਥੀ ਰੂਟ ਹੈ e ਰੇਜ਼ ਤੋਂ ਮਾਈਨਸ ਐਲਫਾ ਸਕੁਏਅਰ ਬਟਾ 2 ਹੈ। ਜੇ ਮੈਂ ਇਸ ਪਰਖ ਵੇਵ ਫੰਕਸ਼ਨ ਟਰਾਇਲ ਕੀਤਾ ਮੈਨੂੰ ਕੀ ਮਿਲਦਾ ਹੈ ਤਾਂ ਸਾਨੂੰ ਇਸ ਨੂੰ ਤੇਜ਼ੀ ਨਾਲ ਕੰਮ ਕਰਨ ਦਿਓ। ਜਦੋਂ ਤੁਸੀਂ ਇਸ ਵੇਵ ਫੰਕਸ਼ਨ ਤੇ ਹੈਮਿਲਟੋਨੀਅਨ ਆਪਰੇਟਰ ਨੂੰ ਆਪਰੇਟ ਕਰਦੇ ਹੋ ਤਾਂ ਅਸੀਂ ਇੱਥੇ ਕੀ ਕਰਾਂਗੇ? ਇਹ ਇਸ ਆਪਰੇਟਰ ਤੇ h ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਵੇਵ ਫੰਕਸ਼ਨ ਵਿੱਚ ਇਹ ਐਕਸਪੋਨੈਂਟ ਹੈ ਅਤੇ ਜਦੋਂ ਤੁਸੀਂ ਇਸ ਹੈਮਿਲਟੋਨੀਅਨ ਨੂੰ ਆਪਰੇਟ ਕਰਦੇ ਹੋ ਤਾਂ ਤੁਹਾਨੂੰ ਐਕਸਪੋਨੈਂਟ ਨੂੰ 2 ਵਾਰ ਡਿਫਰੈਂਸ਼ੀਏਟ ਕਰਨਾ ਪਵੇਗਾ ਤਾਂ ਜੋ ਤੁਸੀਂ ਪ੍ਰਾਪਤ ਕਰਦੇ ਹੋ ਉਹ ਹੈ ਮੈਂ ਤੁਹਾਡੇ ਲਈ ਇੱਕ ਮਾਈਨਸ ਐਲਫਾ x ਸਕੁਏਅਰ ਮਾਈਨਸ v x ਨੂੰ ਅਜ਼ਮਾਉਣ ਲਈ ਸਟੈਪ ਵਿੱਚ ਸਕਿਪ ਕਰਾਂਗਾ ਜੋ ਮੈਂ ਸਾਈ x ਦੇ ਟਰਮਜ਼ ਵਿੱਚ ਦੁਬਾਰਾ ਲਿਖਦਾ ਹਾਂ। ਸਾਨੂੰ ਇਹ ਦਲੀਲ ਦੇਣੀ ਪਵੇਗੀ ਕਿ ਸਾਈ 0 ਤੋਂ ਘੱਟ ਹੈ। ਸਾਨੂੰ ਐਲਫਾ ਤੇ ਕੰਡੀਸ਼ਨ ਦੀ ਲੋੜ ਹੈ ਕਿ ਬਾਉਂਡ ਸਟੇਟ ਇਸ ਲਈ ਜਦੋਂ ਮੈਂ ਐਕਸਪੈਕਟੇਸ਼ਨ ਵੈਲਿਊ ਦੀ ਗਣਨਾ ਕਰਦਾ ਹਾਂ ਤਾਂ ਇਸ ਨਾਲ ਮੈਨੂੰ ਇੱਕ ਬਾਉਂਡ ਸਟੇਟ ਐਨਰਜੀ ਮਿਲਣੀ ਚਾਹੀਦੀ ਹੈ ਜੋ ਨੈਗੇਟਿਵ ਐਨਰਜੀ ਹੈ, ਇਸ ਲਈ ਜੇ e 0 ਤੋਂ ਘੱਟ ਹੈ ਅਲਫਾ ਤੇ ਕੀ ਕੰਡੀਸ਼ਨ ਹੋਵੇਗੀ ਕਿ ਮੈਨੂੰ ਨੈਗੇਟਿਵ ਬਾਉਂਡ ਸਟੇਟ ਨੈਗੇਟਿਵ ਐਨਰਜੀ ਜਾਂ ਘੱਟੋ ਘੱਟ ਇੱਕ ਬਾਉਂਡ ਸਟੇਟ ਮਿਲੇਗੀ। ਮੈਂ ਕੀ ਕਰਦਾ ਹਾਂ? ਮੈਨੂੰ ਅਸਲ ਵਿੱਚ ਦੁਬਾਰਾ ਗਣਨਾ ਕਰਨੀ ਪਵੇਗੀ। ਤੁਸੀਂ ਦੂਜੇ ਸਿਰੇ ਨੂੰ ਲਾਗੂ ਕਰਦੇ ਹੋ ਜੋ ਤੁਸੀਂ ਸਾਡੇ ਫੰਕਸ਼ਨ ਨੂੰ ਲਾਗੂ ਕਰਦੇ ਹੋ। ਜਦੋਂ ਤੁਸੀਂ ਇਸ ਤੇ ਅਪਲਾਈ ਕਰਦੇ ਹੋ ਤਾਂ ਵੇਵ ਫੰਕਸ਼ਨ ਤੁਹਾਨੂੰ ਤੁਹਾਡੇ ਲਈ ਇੱਕ ਹੋਰ ਕਦਮ ਲਿਖਣ ਦਿਓਗਾ ਤਾਂ ਜੋ ਤੁਸੀਂ ਜਾਣਦੇ ਹੋ ਕਿ ਅੱਗੇ ਕਿਵੇਂ ਵਧਣਾ ਹੈ। ਇਸ ਲਈ ਮਾਈਨਸ ਇਨਫਿਨਿਟੀ ਤੋਂ ਲੈ ਕੇ ਇਨਫਿਨਿਟੀ ਤੱਕ ਫਿਰ ਮੇਰੇ ਕੋਲ ਇਹ ਪੂਰਾ ਬਲਾਕ ਜਾਂ ਇਹ ਪੂਰਾ ਐਕਸਪ੍ਰੈਸ਼ਨ ਹੈ ਅਤੇ ਮੇਰੇ ਕੋਲ ਇਹ ਸਾਈ ਸਟਾਰ ਸਾਈ ਹੈ। ਸਾਈ ਸਟਾਰ ਸਾਈ ਇੱਕ ਭਾਗ ਜੋ ਮੈਂ ਪਹਿਲਾਂ ਹੀ ਲਿਖ ਚੁੱਕਾ ਹਾਂ ਤੁਹਾਡੇ ਕੋਲ e ਰੇਜ਼ 2 ਹੋਵੇਗਾ। ਮੈਨੂੰ ਇਸ ਨੂੰ ਕੁਝ x ਕਹਿਣ ਦਿਓ ਇਹ ਕੁਝ x ਹੈ ਅਤੇ ਫਿਰ ਮੇਰੇ ਕੋਲ e ਰੇਜ਼ ਤੋਂ ਮਾਈਨਸ ਐਲਫਾ x ਸਕੁਏਅਰ ਹੈ। ਠੀਕ ਹੈ, ਇਹ ਸਾਰੀ ਚੀਜ਼ ਇੱਥੇ ਆਵੇਗੀ ਅਤੇ ਫਿਰ ਤੁਹਾਨੂੰ ਇੰਟੀਗ੍ਰੇਸ਼ਨ ਕਰਨਾ ਪਵੇਗਾ ਅਤੇ ਇੱਕ ਵਾਰ ਜਦੋਂ ਤੁਸੀਂ ਇੰਟੀਗ੍ਰੇਸ਼ਨ ਕਰਦੇ ਹੋ ਤੁਸੀਂ ਜੋ ਪ੍ਰਾਪਤ ਕਰਦੇ ਹੋ ਉਹ ਇਹ ਐਕਸਪ੍ਰੈਸ਼ਨ 2m ਤੇ ਹੈ। ਅਸੀਂ ਉੱਥੋਂ ਐਲਫਾ ਬਟਾ ਪਾਈ ਨੂੰ ਚੁੱਕਿਆ ਹੈ।
ਤੁਹਾਨੂੰ ਇਸ ਇੰਟੀਗਰਲ ਪਹਿਲੇ ਭਾਗ ਵਿੱਚ ਭਾਗ ਲੈਣੇ ਪੈਣਗੇ। ਮੈਂ ਅੰਤਿਮ ਸੋਲਿਊਸ਼ਨ ਲਿਖਿਆ ਹੈ ਦੂਜਾ ਭਾਗ। ਇੱਥੇ ਪੋਟੈਂਸ਼ੀਅਲ ਭਾਗ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਤੁਹਾਡੇ ਕੋਲ ਐਕਸਪੋਨੈਂਸ਼ੀਅਲ ਮਾਈਨਸ ਐਲਫਾ ਸਕੁਏਅਰ dx ਹੈ ਜੋ ਮਾਈਨਸ ਇਨਫਿਨਿਟੀ ਨੂੰ ਇਨਫਿਨਿਟੀ ਸਕਿਪ ਕਰਦਾ ਹੈ। ਅਸੀਂ ਇੱਥੋਂ ਦੇਖ ਸਕਦੇ ਹਾਂ ਕਿ ਇਹ ਇੱਥੋਂ ਸ਼ਰਤੀਆ ਐਲਫਾ ਹੈ ਜੋ ਅਸੀਂ ਦੇਖ ਸਕਦੇ ਹਾਂ ਕਿ ਘੱਟੋ ਘੱਟ ਇੱਕ ਬਾਉਂਡ ਸਟੇਟ ਹੋਣਾ ਸੰਭਵ ਹੈ ਜਦੋਂ ਐਲਫਾ ਜਾਂ ਐਲਫਾ ਦੀ ਸਕੁਏਅਰ ਰੂਟ ਐਲਫਾ ਦੀ ਸਕੁਏਅਰ ਰੂਟ ਤੇ 4m ਤੋਂ ਘੱਟ ਹੁੰਦੀ ਹੈ। ਤਾਂ h ਕਰੋ ਸਕੁਏਅਰ ਤੇ 4m ਤੋਂ ਘੱਟ ਹੁੰਦੀ ਹੈ। ਪਾਈ d ਸਕੁਏਅਰ ਰੂਟ a ਸਕੁਏਅਰ ਰੂਟ ਇੰਟੀਗਰਲ ਦਾ ਟਾਈਮਸ ਹੈ। ਐਲਫਾ ਤੇ ਕੰਡੀਸ਼ਨ ਇਹ ਹੈ ਕਿ ਇਹ ਐਲਫਾ ਇਸ ਵੈਲਿਊ ਨਾਲੋਂ ਘੱਟ ਹੋਣਾ ਚਾਹੀਦਾ ਹੈ ਜੋ ਇਹ ਯਕੀਨੀ ਬਣਾਵੇਗਾ ਕਿ ਸਾਡੇ ਕੋਲ ਘੱਟੋ ਘੱਟ ਇੱਕ ਬਾਉਂਡ ਸਟੇਟ ਇਹ ਸਾਨੂੰ ਇੱਕ ਨੈਗੇਟਿਵ એનર્ਜੀ ਵੈਲਿਊ ਦਿੰਦੀ ਹੈ। ਇਹ ਪਹਿਲੇ ਟਿਊਟੋਰੀਅਲ ਦੀਆਂ 5 ਪ੍ਰੋਬਲਮਾਂ ਸਨ। ਇਸ ਤਰੀਕੇ ਨਾਲ ਹੋਰ ਟਿਊਟੋਰੀਅਲਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਜੋ ਪਾਈਪਲਾਈਨ ਵਿੱਚ ਹਨ। ਇਸ ਲਈ ਹਰ 4 ਭਾਸ਼ਣਾਂ ਤੋਂ ਬਾਅਦ ਸਾਡੇ ਕੋਲ ਉਹਨਾਂ ਲੈਕਚਰਜ਼ ਦੇ ਆਧਾਰ ਤੇ ਟਿਊਟੋਰੀਅਲ ਹੋਵੇਗਾ। ਅਗਲੇ ਟਿਊਟੋਰੀਅਲ ਵਿੱਚ ਮਿਲਦੇ ਹਾਂ।